ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਜੀ ਸਭ ਦਾ। ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ। ਗੁਰੂ ਅਰਜਨ ਦੇਵ ਜੀ ਸਾਹਿਬ ਦੀ ਸ਼ਹੀਦੀ ਦਿਵਸ ਤੇ ਕੋਟ ਕੋਟ ਪ੍ਰਣਾਮ। ਐਕਚੁਅਲੀ ਇਹ ਦਿਨ ਕਦੀ ਕੋਈ ਆ ਜਾਂਦਾ ਕਦੀ ਕੋਈ, ਵੈਸੇ ਤਾਂ ਆ ਜਿਹੜਾ ਸਾਰਾ ਮਹੀਨਾ ਹੀ ਗੁਰੂ ਅਰਜਨ ਦੇਵ ਜੀ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ। ਇਸ ਵਾਰ 14 ਜੂਨ ਨੂੰ ਆਇਆ ਗੁਰਪੁਰਬ। ਕਈ ਵਾਰ ਇਹ ਕਿਸੇ ਤਰੀਕ ਨੂੰ ਆ ਜਾਂਦਾ ਹੈ, ਕਈ ਵਾਰ ਕਦੀ ਕਿਸੇ ਤਰੀਕ ਨੂੰ ਆ ਜਾਂਦਾ ਹੈ। ਐਕਚੁਅਲ ਵਿੱਚ ਜਦੋਂ ਅਸਲ ਵਿੱਚ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ, ਉਹ ਸੀਗਾ 30 ਮਈ ਦਾ ਦਿਨ, 30 ਮਈ 1606 ਈਸਵੀ ਦਾ ਦਿਨ। ਮਤਲਬ ਜਿਹੜੇ ਉਦੋਂ ਤਾਂ ਮਈ ਜੂਨ ਇਹ ਅੰਗਰੇਜ਼ੀ ਮਹੀਨੇ ਤਾਂ ਬਾਅਦ ਵਿੱਚ ਆਏ ਆ ਨਾ, ਉਦੋਂ ਦੇਸੀ ਮਹੀਨੇ ਹੁੰਦੇ ਸੀ। ਦੇਸੀ ਮਹੀਨਿਆਂ ਦੇ ਹਿਸਾਬ ਨਾਲ ਅੰਗਰੇਜ਼ੀ ਮਹੀਨੇ ਦੀ ਉਸ ਟਾਈਮ ਦੀ ਤਰੀਕ ਸੀਗੀ 30 ਮਈ 1606 ਈਸਵੀ। ਤੇ ਚਲੋ ਆਪਾਂ ਗੱਲ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ, ਇੱਕ ਬੜੇ ਹੀ ਨਿਮਰਤਾ ਦੇ ਪੁੰਜ, ਸਬਰ ਸੰਤੋਖ ਉਹਨਾਂ ਦੇ ਸੁਭਾਅ ਵਿੱਚ ਰਚਿਆ ਹੋਇਆ ਇੱਕ ਬਹੁਤ ਹੀ ਨਿਮਰ ਸੁਭਾਅ ਦੇ ਵਿਅਕਤੀ ਸਨ। ਉਹ ਵਿਅਕਤੀ ਤੋਂ ਕਿਤੇ ਹੀ ਉੱਪਰ ਉੱਠ ਕੇ ਉਹਨਾਂ ਦੀ ਸ਼ਖਸੀਅਤ ਸੀ, ਤਾਂ ਹੀ ਉਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਨੂੰ ਚੁਣਿਆ। ਗੁਰੂ ਅਰਜਨ ਦੇਵ ਜੀ ਤੀਸਰੇ ਨੰਬਰ 'ਤੇ ਸਨ। ਪ੍ਰਿਥੀ ਚੰਦ, ਮਹਾਦੇਵ, ਸ਼੍ਰੀ ਮਹਾਦੇਵ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਤੇ ਫਿਰ ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਜੀ ਦੇ 3 ਸੁਪੁੱਤਰ ਸਨ। ਇੱਕ ਗੁਰੂ ਅਰਜਨ ਦੇਵ ਜੀ ਦੇਖੋ ਮਿਡਲ ਵਿੱਚ ਆਏ ਆ। ਆਪਾਂ ਗੁਰੂ ਅਰਜਨ ਦੇਵ ਜੀ ਨੂੰ 5ਵੀਂ ਪਾਤਸ਼ਾਹੀ, ਸ਼ਹੀਦਾਂ ਦੇ ਸਰਤਾਜ ਤੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਵੈਸੇ ਤਾਂ ਸਾਰੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਬਹੁਤ ਕੁਛ ਦਿੱਤਾ, ਪਰ ਜੋ ਦੇਣ ਗੁਰੂ ਅਰਜਨ ਦੇਵ ਜੀ ਦੀ ਸਿੱਖ ਧਰਮ ਨੂੰ ਹੈ ਉਹ ਅਮੁੱਲੀ ਦੇਣ ਹੈ, ਉਹਦਾ ਕੋਈ ਤੋੜ ਨਹੀਂ ਹੈ। ਤੇ ਆਪਾਂ ਚਲੋ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਤੇ। ਆਪਾਂ ਜਦੋਂ ਨਾ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਬਹੁਤ ਹੀ ਵਿਸ਼ਾਲ ਘੇਰਾ ਆ ਆਪਣੇ ਪੰਜਾਬੀ ਕਲਚਰ ਦਾ, ਭਾਰਤ ਦੇ ਕਲਚਰ ਦਾ ਬਹੁਤ ਹੀ ਵਿਸ਼ਾਲ ਦਾਇਰਾ ਹੈ। ਤੇ ਸਿੱਖ ਇਤਿਹਾਸ ਦਾ ਤਾਂ ਮਤਲਬ ਗੱਲ ਕਰਨੀ ਸ਼ੁਰੂ ਕਰੋ, ਆਰੰਭ ਕਰੋ, ਗੱਲ ਮੁੱਕਦੀ ਹੀ ਨਹੀਂ। ਅੱਗੋਂ ਗੱਲ, ਅੱਗੋਂ ਗੱਲ, ਅੱਗੋਂ ਗੱਲ। ਮੈਂ ਇੱਦਾਂ ਹੀ ਨਾ ਕੱਲ ਸੀਗਾ ਸ਼ਹੀਦੀ ਗੁਰਪੁਰਬ 14 ਜੂਨ ਨੂੰ। ਕੱਲ ਵਲੌਗ ਬਣਾਉਣਾ ਸੀ, ਪਰ ਕੱਲ ਮੈਂ ਥੋੜ੍ਹੀ ਜਿਹੀ ਇੱਕ ਤਾਂ ਸੋਚ ਰਹੀ ਸੀ ਕਿ ਕੀ ਬੋਲਾਂ, ਕੀ ਦੱਸਾਂ, ਹੈ ਨਾ। ਸਭ ਕੁਛ ਮੇਰੇ ਮਨ ਵਿੱਚ ਚੱਲ ਰਿਹਾ ਸੀ। ਫਿਰ ਮੈਨੂੰ ਯਾਦ ਆਇਆ ਗੱਲ ਕਰਦੇ ਕਰਦੇ, ਜਦੋਂ ਅਸੀਂ ਛੋਟੇ ਹੁੰਦੇ ਸਨ, ਸਾਡੇ ਦਾਦੀ ਮਾਂ ਬਹੁਤ ਹੀ ਸਟੋਰੀਜ਼ ਸੁਣਾਉਂਦੇ ਹੁੰਦੇ ਸਨ। ਹਾਂਜੀ, ਆਪਾਂ ਗੱਲ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਬਾਰੇ, ਤੇ ਵਾਰ ਬੈਲ ਵੱਜੀ, ਮੈਨੂੰ ਡੋਰ ਖੋਲ੍ਹਣਾ ਪਿਆ। ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ 15 ਅਪ੍ਰੈਲ 1563 ਈਸਵੀ ਨੂੰ, ਤੇ ਉਹਨਾਂ ਦੇ ਸ਼ਹੀਦੀ ਦਿਵਸ ਹੈ 30 ਮਈ 1606 ਈਸਵੀ ਨੂੰ। ਇੱਕ ਗੁਰੂ ਅਰਜਨ ਦੇਵ ਜੀ 5ਵੀਂ ਪਾਤਸ਼ਾਹੀ ਆਪਣੇ 10 ਗੁਰੂਆਂ ਦੇ ਜੋ 10 ਗੁਰੂਆਂ ਦੀ ਲਾਈਨ ਵਾਈਜ਼ 5ਵੇਂ ਨੰਬਰ 'ਤੇ ਆਉਂਦੇ ਹਨ, ਮਤਲਬ ਮਿਡਲ ਵਿੱਚ। ਗੁਰੂ ਅਰਜਨ ਦੇਵ ਜੀ ਇੱਕ ਸਨ ਜਿਨ੍ਹਾਂ ਦੇ ਵੈਸੇ ਤਾਂ ਸਾਰੇ ਗੁਰੂਆਂ ਦੇ ਆਪਸ ਵਿੱਚ ਕੁਛ ਨਾ ਕੁਛ ਰਿਲੇਸ਼ਨ ਸੀਗਾ, ਪਰ ਇੱਕ ਗੁਰੂ ਅਰਜਨ ਦੇਵ ਜੀ ਹੋਏ ਜਿਨ੍ਹਾਂ ਨੂੰ ਉਹਨਾਂ ਤੋਂ ਪਹਿਲਾਂ ਵਾਲੇ ਤੇ ਬਾਅਦ ਵਾਲਿਆਂ ਵਿੱਚ ਬਹੁਤ ਹੀ ਨੇੜੇ ਵਾਲੇ ਰਿਸ਼ਤੇ ਪ੍ਰਾਪਤ ਹੋਏ। ਦੇਖੋ, ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਦੇ ਜਿਹੜੇ ਪਿਤਾ ਜੀ ਸਹੁਰਾ ਸਾਹਿਬ ਗੁਰੂ ਅਮਰਦਾਸ ਜੀ, ਉਹ ਹੋਏ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ। 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਰਾਏ ਜੀ ਹੋਏ ਇਹਨਾਂ ਦੇ ਸਪੁੱਤਰ। ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਪੋਤਾ, ਤੇ ਗੁਰੂ ਗੋਬਿੰਦ ਸਿੰਘ ਜੀ ਪੜਪੋਤਾ। ਇਸ ਤਰ੍ਹਾਂ ਦੇਖੋ ਕਿੰਨੇ ਰਿਸ਼ਤੇ ਸਨ ਇਹਨਾਂ ਕੋਲ। ਗੁਰੂ ਹਰ ਰਾਏ ਜੀ ਵੀ ਇਹਨਾਂ ਦੇ ਪੋਤਾ ਲੱਗਦੇ ਸਨ, ਹੈ ਨਾ। ਤੇ ਇਹ ਜਿਵੇਂ ਸ਼ਹਾਦਤ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਜੋ
ਜਹਾਂਗੀਰ ਨੇ ਆਪਣੀ ਜਹਾਂਗੀਰ ਤੁਕਜੇ ਵਿੱਚ ਜ਼ਿਕਰ ਕੀਤਾ ਹੈ, ਉਹਦੇ ਮੁਤਾਬਕ ਜੋ ਉਹਨੇ ਕਾਰਨ ਦੱਸੇ ਉਹ ਬਹੁਤ ਹੀ ਛੋਟੇ ਛੋਟੇ ਕਾਰਨ ਸਨ। ਅਸਲ ਵਿੱਚ ਜੋ ਕਾਰਨ ਸੀ ਉਹ ਸੀ ਗੁਰੂ ਨਾਨਕ ਦੇਵ ਜੀ ਨੇ ਇੱਕ ਏਕ ਓਂਕਾਰ ਦਾ ਦੇਵੀ ਨਾਦ ਵਜਾ ਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਭ ਉਸ ਅਕਾਲ ਪੁਰਖ ਦੀ ਸੰਤਾਨ ਹਾਂ। ਉਸ ਟਾਈਮ ਤੇ ਬਹੁਤ ਹੀ ਕੱਟੜ ਪੰਥੀ ਸਨ, ਜਾਤ ਪਾਤ ਦਾ ਬਹੁਤ ਜ਼ਿਆਦਾ ਚਲਨ ਸੀਗਾ। ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਨੂੰ ਖਤਮ ਕੀਤਾ ਤੇ ਇੱਕ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਕਹਿ ਲਓ ਕਿ ਜਿਹੜੇ ਕੱਟੜਪੰਥੀ ਸਨ ਉਹਨਾਂ ਦੇ ਖਿਲਾਫ ਬਗਾਵਤ ਹੀ ਕਰ ਦਿੱਤੀ ਕਿ ਜਾਤ ਪਾਤ ਨੂੰ ਨਕਾਰ ਦਿੱਤਾ। ਉਹਨਾਂ ਨੇ ਜਿਹੜੀ ਆਹ ਪਖੰਡਿਆ ਹੈ ਨਾ, ਪੂਜਾ ਪਾਠ, ਐਦਾਂ ਮਤਲਬ ਉਹਨਾਂ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਨਕਾਰ ਦਿੱਤਾ ਟੋਟਲੀ, ਤੇ ਇੱਕ ਸਿੱਖ ਧਰਮ ਦੀ ਸਥਾਪਨਾ ਕੀਤੀ ਗੁਰੂ ਨਾਨਕ ਦੇਵ ਜੀ ਨੇ। ਉਹਨਾਂ ਨੇ ਬਾਬਰ ਦੇ ਵਿਰੁੱਧ ਬਗਾਵਤ ਕੀਤੀ, ਰਾਜੇ ਸ਼ੀਹ ਮੁਕੱਦਮ ਕੁੱਤੇ। ਗੁਰੂ ਨਾਨਕ ਦੇਵ ਜੀ ਨੇ, ਉਹ ਗੁਰੂ ਨਾਨਕ ਦੇਵ ਜੀ ਦੀ ਬਗਾਵਤ ਹੀ ਸੀ ਬਾਬਰ ਦੇ ਵਿਰੁੱਧ। ਉਸ ਤੋਂ ਜਿਵੇਂ ਜਿਹੜੇ ਹਾਕਮ ਸੀਗੇ ਉਹ ਤਿਲ ਮਿਲਾ ਉੱਠੇ। ਬਾਬਰ ਤੋਂ ਬਾਅਦ ਹਮਾਯੂ ਆਇਆ, ਹਮਾਯੂ ਨੂੰ ਜ਼ਿਆਦਾ ਮੌਕਾ ਹੀ ਨਹੀਂ ਮਿਲਿਆ। ਹਮਾਯੂ ਤੋਂ ਬਾਅਦ ਅਕਬਰ ਬਣਿਆ। ਅਕਬਰ ਥੋੜਾ ਜਿਹਾ, ਜਿਹੜਾ ਅਕਬਰ ਬਾਦਸ਼ਾਹ ਸੀ ਨਾ, ਉਹ ਥੋੜਾ ਸਹਿਣਸ਼ੀਲ ਸੀ। ਸਹਿਣਸ਼ੀਲ ਹੋਣ ਕਰਕੇ ਉਹਨੇ ਰਾਜਨੀਤੀ ਕਰਨ ਦਾ ਇਹ ਢੰਗ ਸੋਚਿਆ ਸੀ ਕਿ ਜੇ ਤੁਸੀਂ ਹਿੰਦੁਸਤਾਨ ਤੇ ਆਪਾਂ ਮੁਗਲ ਸਲਤਨਤ ਨੂੰ ਲੰਬਾ ਟਾਈਮ ਚਲਾਉਣਾ ਚਾਹੁੰਦੇ ਆ ਜਾਂ ਹਮੇਸ਼ਾ ਲਈ ਚਲਾਉਣਾ ਚਾਹੁੰਦੇ ਆ, ਉਹਦੇ ਲਈ ਇੱਥੋਂ ਵਾਲੇ ਲੋਕਾਂ ਨੂੰ ਪਿਆਰ ਨਾਲ ਡੀਲ ਕਰਨਾ ਪਊਗਾ। ਜੋ ਕਿ ਉਸਦਾ ਜੋ ਅੱਗੋਂ ਅਕਬਰ ਤੋਂ ਅੱਗੋਂ ਜਹਾਂਗੀਰ ਬੈਠਾ, ਜਹਾਂਗੀਰ ਦੇ ਵਿੱਚ ਬਿਲਕੁਲ ਸਹਿਣਸ਼ੀਲਤਾ ਨਹੀਂ ਸੀ। ਉਹ ਬਹੁਤ ਹੀ ਵਿਗੜਿਆ ਹੋਇਆ ਆਯਾਸ਼ ਰਾਜਾ ਸੀਗਾ। ਉਹ ਰਾਜਾ ਬਣਿਆ ਵੀ ਜ਼ਬਰਦਸਤੀ ਸੀ ਕਿਉਂਕਿ ਅਕਬਰ ਬਣਾਉਣਾ ਚਾਹੁੰਦਾ ਸੀ ਅਮੀਰ ਖੁਸਰੋ ਨੂੰ। ਉਸਨੇ ਅਮੀਰ ਖੁਸਰੋ ਨੂੰ ਵੀ ਤਸੀਹੇ ਦੇ ਕੇ ਮਾਰਿਆ। ਚਲੋ ਉਹ ਆਪਾਂ ਇੱਕ ਅਲੱਗ ਵਲੌਗ ਵਿੱਚ ਗੱਲ ਕਰਾਂਗੇ। ਆਪਾਂ ਅੱਜ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਬਾਰੇ। ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਤੋਂ ਨਿਮਰਤਾ ਸਿੱਖੀ, ਪੰਜਾਬੀ ਪੜ੍ਹਨੀ ਸਿੱਖੀ, ਗੁਰੂ ਰਾਮਦਾਸ ਜੀ ਤੋਂ ਸਿੱਖੀ, ਤੇ ਉਹਨਾਂ ਨੇ ਜਿਹੜੀ ਫਾਰਸੀ ਸੀ, ਮੈਂ ਜਿਵੇਂ ਸਾਰੇ ਨਾਮ ਲਿਖ ਕੇ ਰੱਖਦੀ ਆ ਕਿਉਂਕਿ ਉਹਦੇ ਵਿੱਚ ਕਈ ਵਾਰੀ ਭੁਲੇਖਾ ਪੈ ਜਾਂਦਾ ਤਾਂ ਫਿਰ ਕਨਫਿਊਜ਼ਨ ਹੋ ਜਾਂਦੀ ਆ। ਗੁਰੂ ਅਰਜਨ ਦੇਵ ਜੀ 11 ਸਾਲ ਆਪਣੇ ਨਾਨਾ ਜੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਵਿੱਚ ਉਹਨਾਂ ਨੇ ਗੋਇੰਦਵਾਲ ਸਾਹਿਬ ਵਿੱਚ ਗੁਜ਼ਾਰੇ। ਗੁਰਮੁਖੀ ਦੀ ਵਿੱਦਿਆ ਹਾਸਲ ਕੀਤੀ ਉਹਨਾਂ ਨੇ ਆਪਣੇ ਨਾਨਾ ਜੀ ਗੁਰੂ ਅਮਰਦਾਸ ਜੀ ਤੋਂ, ਤੇ ਗੁਰੂ ਰਾਮਦਾਸ ਜੀ ਤੋਂ ਉਹਨਾਂ ਨੇ ਸ਼ਸਤਰ ਵਿੱਦਿਆ ਸਿੱਖੀ। ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ ਉਹਨਾਂ ਨੇ। ਸੰਸਕ੍ਰਿਤ ਸਿੱਖੀ ਪਿੰਡ ਦੇ ਪੰਡਤ ਬੇਣੀ ਤੋਂ, ਤੇ ਗਣਿਤ ਸਿੱਖੀ ਉਹਨਾਂ ਨੇ ਮਾਮਾ ਮੋਰੀ ਤੋਂ। ਉਹਨਾਂ ਦੇ ਜਿਹੜੇ ਸਕੇ ਮਾਮਾ ਜੀ ਸਨ, ਬਾਬਾ ਮੋਹਨ ਜੀ, ਗੁਰੂ ਰਾਮਦਾਸ ਜੀ ਦੇ ਪੁੱਤਰ, ਉਹਨਾਂ ਤੋਂ ਉਹਨਾਂ ਨੇ ਜਿਹੜਾ ਇੱਕ ਧਿਆਨ ਲਾਉਣਾ, ਮਤਲਬ ਧਿਆਨ ਲਾ ਕੇ ਪੂਜਾ ਪਾਠ ਕਰਨਾ, ਅਕਾਲ ਪੁਰਖ ਵਿੱਚ ਧਿਆਨ ਲਾਉਣਾ, ਉਹ ਉਹਨਾਂ ਨੇ ਸਿੱਖਿਆ ਬਾਬਾ ਮੋਹਨ ਜੀ ਤੋਂ, ਜੋ ਕਿ ਉਹਨਾਂ ਦੇ ਸਕੇ ਮਾਮਾ ਜੀ ਸਨ। ਗੁਰੂ ਅਮਰਦਾਸ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਗੁਰੂ ਬਣੇ ਨਾ, ਉਹ ਮਤਲਬ ਕਾਫੀ ਬਿਰਧ ਅਵਸਥਾ ਵਿੱਚ ਹੀ ਸਨ। ਉਹ ਗੁਰੂ ਅਮਰਦਾਸ ਜੀ ਜਦੋਂ ਉਹਨਾਂ ਦਾ ਸੱਚਖੰਡ ਨੂੰ ਜਾਣ ਦਾ ਮਤਲਬ ਸੱਚਖੰਡ ਨੂੰ ਜਾਣ ਦਾ ਟਾਈਮ ਆਇਆ, ਉਹਨਾਂ ਨੇ ਗੁਰਗੱਦੀ ਦਿੱਤੀ ਗੁਰੂ ਰਾਮਦਾਸ ਜੀ ਨੂੰ। ਗੁਰੂ ਰਾਮਦਾਸ ਜੀ ਜਿਹੜੇ ਸੀਗੇ, ਇਹਨਾਂ ਦੇ 3 ਪੁੱਤਰ ਸੀ। ਮੈਂ ਪਹਿਲਾਂ ਵੀ ਦੱਸਿਆ, ਪ੍ਰੀਤੀ ਚੰਦ, ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ। ਇਹ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਕਾ ਚੱਕ ਅੰਮ੍ਰਿਤਸਰ ਆ ਗਏ। ਗੁਰੂ ਕਾ ਚੱਕ ਅੰਮ੍ਰਿਤਸਰ ਦੇ ਮੈਂ ਅੰਮ੍ਰਿਤਸਰ ਵਾਲੇ ਵਲੌਗ ਵਿੱਚ ਵੀ ਗੱਲ ਕੀਤੀ ਸੀ ਕਿ ਉਹਦੇ ਵਿੱਚ ਇੱਕ ਜਗ੍ਹਾ ਤਾਂ ਆਇਆ ਹੈ ਕਿ ਅਕਬਰ ਨੇ ਉਹ ਜ਼ਮੀਨ ਦਾਨ ਦਿੱਤੀ ਸੀਗੀ। ਬੀਬੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ ਬੀਬੀ ਭਾਨੀ ਜੀ, ਜਿਨ੍ਹਾਂ ਦਾ ਕਿ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ। ਉਹਦੇ ਵਿੱਚ ਅਕਬਰ ਬਾਦਸ਼ਾਹ ਨੇ ਦਾਨ ਦਿੱਤੀ। ਪਰ ਇੱਕ ਇਤਿਹਾਸ ਦੇ ਮੁਤਾਬਕ ਦਰਜ ਹੈ ਕਿ ਗੁਰੂ ਰਾਮਦਾਸ ਜੀ ਜਦੋਂ ਆਪਣੇ 3 ਸਪੁੱਤਰਾਂ ਨੂੰ ਲੈ ਕੇ ਗੁਰੂ ਕਾ ਚੱਕ ਅੰਮ੍ਰਿਤਸਰ ਆ ਗਏ ਤੇ ਉਹਨਾਂ ਨੇ 700 ਅਕਬਰੀ ਮੋਹਰਾਂ ਦੇ ਕੇ ਪਿੰਡ ਤੁੰਗਾ ਦੇ ਜ਼ਿਮੀਂਦਾਰਾਂ ਤੋਂ ਉਹ ਜ਼ਮੀਨ ਖਰੀਦੀ ਸੀ। ਤੇ ਉੱਥੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੇ ਸੰਤੋਖਸਰ ਦੀ ਸ਼ੁਰੂਆਤ ਕੀਤੀ ਸੀ। ਗੁਰੂ ਰਾਮਦਾਸ ਜੀ ਨੇ ਉੱਥੇ ਸਰੋਵਰ ਦੀ ਖੁਦਾਈ ਆਰੰਭ ਕਰ ਦਿੱਤੀ। ਉਹਦੇ ਵਿੱਚ ਜਦੋਂ ਗੁਰੂ ਅਮਰਦਾਸ ਜੀ ਨੇ ਸਰੋਵਰ ਦੀ ਖੁਦਾਈ ਆਰੰਭ ਕੀਤੀ, ਉਸ ਦੌਰਾਨ ਹੀ ਗੁਰੂ ਅਰਜਨ ਦੇਵ ਜੀ
ਨੂੰ ਗੁਰਗੱਦੀ ਮਿਲ ਗਈ। ਉਸ ਦੌਰਾਨ ਹੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ। ਉਹਦੇ ਵਿੱਚ ਮੈਂ ਅੰਮ੍ਰਿਤਸਰ ਵਾਲੇ ਵਲੌਗ ਵਿੱਚ ਸਾਰਾ ਕੁਝ ਡਿਟੇਲ ਵਿੱਚ ਦੱਸਿਆ ਹੋਇਆ ਹੈ, ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਲੌਗ ਵਿੱਚ। 1577 ਈਸਵੀ ਵਿੱਚ ਉਹਨਾਂ ਨੇ ਸੇਵਾ ਆਰੰਭ ਕੀਤੀ ਸੀਗੀ ਤੇ ਉਹਨਾਂ ਨੂੰ ਗੁਰਗੱਦੀ ਮਿਲੀ ਸੀਗੀ 1 ਸਤੰਬਰ 1581 ਈਸਵੀ ਨੂੰ ਗੋਇੰਦਵਾਲ ਵਿਖੇ। ਗੁਰੂ ਰਾਮਦਾਸ ਜੀ ਨਾ ਫਿਰ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਮੇਰਾ ਸੱਚਖੰਡ ਜਾਣ ਦਾ ਟਾਈਮ ਆ ਗਿਆ, ਉਹ ਗੋਇੰਦਵਾਲ ਸਾਹਿਬ ਚਲੇ ਗਏ। ਉਹ ਗੋਇੰਦਵਾਲ ਸਾਹਿਬ ਜਾ ਕੇ ਹੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੇਰੇ ਜਿਹੜੇ ਅੰਤਿਮ ਸਵਾਸ ਆ ਉਹ ਗੋਇੰਦਵਾਲ ਸਾਹਿਬ ਵਿੱਚ ਹੀ ਪੂਰੇ ਹੋਣ। ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਗਏ। ਗੁਰੂ ਅਰਜਨ ਦੇਵ ਜੀ ਕਾਫੀ ਮਤਲਬ ਨਿਮਰਤਾ ਵਾਲੇ ਸਨ ਤੇ ਧਿਆਨ ਲਾਉਣ ਵਿੱਚ ਬਹੁਤ ਹੀ ਨਿਪੁੰਨ ਸਨ। ਨਿਪੁੰਨ ਮਤਲਬ ਕਿ ਉਹ ਇੱਕ ਪਤਾ ਲੱਗ ਜਾਂਦਾ ਨਾ ਕਿ ਇੱਕ ਪਿਓਰ ਨੂੰ, ਮਾਂ ਨੂੰ ਪਤਾ ਹੁੰਦਾ ਕਿ ਉਹ ਮੇਰਾ ਕਿਹੜਾ ਬੱਚਾ ਅੱਗੋਂ ਮੇਰੀ ਜਿਹੜੀ ਸਾਡੀ ਜੋ ਰੀਤੀ ਰਿਵਾਜ ਆ ਉਹ ਪੂਰਾ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੇਰਾ ਵੱਡਾ ਸਪੁੱਤਰ ਪ੍ਰਿਥੀ ਚੰਦ ਇਹ ਚੀਜ਼ਾਂ ਨਹੀਂ ਪੂਰੀਆਂ ਕਰ ਸਕਦਾ, ਇਹ ਸਿਰਫ ਗੁਰੂ ਅਰਜਨ ਦੇਵ ਜੀ ਹੀ ਕਰ ਸਕਦੇ ਹਨ। ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਅੰਤਿਮ ਸਮੇਂ ਤੇ ਗੋਇੰਦਵਾਲ ਸਾਹਿਬ ਲੈ ਗਏ ਤੇ ਉੱਥੇ ਜਾ ਕੇ ਗੁਰੂ ਰਾਮਦਾਸ ਜੀ ਨੇ ਨਾ ਗੁਰਗੱਦੀ ਦਿੱਤੀ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਰਜਨ ਦੇਵ ਜੀ ਨੂੰ 1 ਸਤੰਬਰ 1581 ਨੂੰ ਉਹਨਾਂ ਨੇ ਗੁਰਗੱਦੀ ਦਿੱਤੀ ਤੇ ਅਗਲੇ ਦਿਨ ਹੀ ਜੋਤੀ ਜੋਤ ਸਮਾ ਗਏ। ਇਸ ਚੀਜ਼ ਤੋਂ ਜਿਹੜਾ ਪ੍ਰਿਥੀ ਚੰਦ ਸੀ ਉਹ ਬਹੁਤ ਤਿਲ ਮਿਲਾਇਆ। ਉਹਨੂੰ ਇਹ ਸੀ ਕਿ ਮੈਂ ਵੱਡਾ ਸਪੁੱਤਰ ਹਾਂ, ਮੈਨੂੰ ਗੱਦੀ ਮਿਲਣੀ ਚਾਹੀਦੀ ਆ। ਉਹਨੇ ਜਾ ਕੇ ਉਹ ਸ਼ਹਿਨਸ਼ਾਹ ਕੋਲ ਪੇਸ਼ ਹੋ ਗਿਆ ਕਿ ਮੈਨੂੰ ਗੁਰਗੱਦੀ ਨਹੀਂ ਦਿੱਤੀ ਹੈਗੀ, ਗੁਰੂ ਅਰਜਨ ਨੂੰ ਦੇ ਦਿੱਤੀ ਆ, ਹੈ ਨਾ। ਇਹਦੇ ਵਿੱਚ ਵੀ ਬੜੀਆਂ ਗੱਲਾਂ ਨੇ ਹੋਰ ਵੀ। ਉਸ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਸੱਦਿਆ। ਉਹ ਮੈਂ ਨਾ ਇਹਦੇ ਵਿੱਚ ਬੜੀਆਂ ਹੀ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ। ਮੈਂ ਇੱਕ ਵਲੌਗ ਵਿੱਚ ਇਹ ਸਭ ਗੱਲਾਂ ਨਹੀਂ ਦੱਸ ਸਕਦੀ, ਮੈਂ ਤੁਹਾਨੂੰ ਅਗਲੇ ਵਲੌਗ ਵਿੱਚ ਜ਼ਰੂਰ ਦੱਸੂਗੀ ਸਾਰੀਆਂ ਗੱਲਾਂ। ਜਦੋਂ ਫਿਰ ਗੁਰੂ ਰਾਮਦਾਸ ਜੀ ਦਾ ਭੋਗ ਸੀ ਤੇ ਜਿਹੜੇ ਭੋਗ ਉਹਨਾਂ ਦੇ ਪਵਾਏ ਗਏ, ਜਦੋਂ ਜਿੱਦਾਂ ਵੀ ਉਸ ਟਾਈਮ ਤੇ ਅੰਤਿਮ ਰਸਮ ਕਰਦੇ ਹੋਣਗੇ, ਅੰਤਿਮ ਰਸਮ ਕੀਤੀ ਗਈ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸੀ ਨਾ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਸਮੇਂ ਨੂੰ ਭਾਂਪ ਲਿਆ ਪ੍ਰਿਥੀ ਚੰਦ ਦੀ ਚਾਲ ਨੂੰ। ਉਹਨਾਂ ਨੇ 2 ਪੱਗਾਂ ਭੇਜੀਆਂ ਉਸ ਟਾਈਮ ਤੇ। ਪ੍ਰਿਥੀ ਚੰਦ ਨੂੰ ਭੇਜੀ ਕਿ ਉਹ ਵੱਡਾ ਸਪੁੱਤਰ ਆ, ਉਹਨੂੰ ਤਾਂ ਪੱਗ ਬੰਨ੍ਹੀ ਜਾਵੇ, ਤੇ ਗੁਰੂ ਅਰਜਨ ਦੇਵ ਜੀ ਨੂੰ ਭੇਜੀ, ਗੁਰਿਆਈ ਦਿੱਤੀ, ਗੁਰਗੱਦੀ ਲਈ ਪੱਗ ਭੇਜੀ। ਉਹਨਾਂ ਨੇ 2 ਪੱਗਾਂ ਭੇਜੀਆਂ। ਇਹਨੂੰ ਨਾ ਬੰਸਾਵਲੀ ਵਿੱਚ ਦਰਜ ਆ ਭਾਈ ਕੇਸਰ ਸਿੰਘ ਦੇ ਲਫ਼ਜ਼ਾਂ ਵਿੱਚ। ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਨੇ ਕਿੱਦਾਂ ਬੋਲਿਆ ਸੀ। ਉਹਨਾਂ ਨੇ ਬੋਲਿਆ, ਸ੍ਰੀ ਚੰਦ ਸਾਹਿਬ ਪੱਗ ਭਿਜਵਾਈ, ਇੱਕ ਪ੍ਰਿਥੀਏ ਨੂੰ ਇੱਕ ਅਰਜਨ ਨੂੰ ਆਈ, ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਗੁਰੂ ਅਰਜਨ ਬੱਧੀ। ਚਲੋ ਗੁਰਿਆਈ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ। ਇਹ ਤੋਂ ਪ੍ਰਿਥੀ ਚੰਦ ਬਹੁਤ ਤਿਲ ਮਿਲਾਇਆ। ਉਹਨੂੰ ਇਹ ਸੀ ਕਿ ਚਲੋ ਗੁਰੂ ਅਰਜਨ ਦੇਵ ਜੀ ਦੇ ਔਲਾਦ ਬਹੁਤ ਟਾਈਮ ਬਾਅਦ ਹੋਈ ਗੁਰੂ ਗੋਬਿੰਦ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ। ਸੌਰੀ ਫॉर ਮੈਂ ਗਲਤ ਜਿਹੜਾ ਬੋਲ ਦਿੱਤਾ ਉਹਦੇ ਵਾਸਤੇ। ਤੇ ਜਦੋਂ 1595 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਪ੍ਰਿਥੀ ਚੰਦ ਹੋਰ ਦਿਲ ਮਿਲਾਇਆ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਬਹੁਤ ਹੀ ਕੋਸ਼ਿਸ਼ ਕੀਤੀ ਬਾਲ ਅਵਸਥਾ ਵਿੱਚ, ਦਾਈ ਕੋਲੋਂ, ਬਾਹਮਣ ਕੋਲੋਂ, ਸਪੇਰੇ ਕੋਲੋਂ। ਇਹਦੇ ਵਿੱਚ ਵੀ ਆਪਾਂ ਜ਼ਰੂਰ ਗੱਲ ਕਰਾਂਗੇ, ਹੈ ਨਾ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਉਹਨਾਂ ਦੀ ਜਿਹੜੀ ਬਾਣੀ ਆ, ਸਭ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਦੇਵ ਜੀ ਦੀ ਦਰਜ ਆ। ਉਹਨਾਂ ਨੇ ਸੁਖਮਨੀ ਸਾਹਿਬ ਜਿਹੜਾ ਆ, ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਆ, 24 ਅਸ਼ਟਪਦੀਆਂ ਦੀਆਂ 8 ਪਦੀਆਂ ਆ, ਹਰ ਇੱਕ ਪਦੀ ਦੀਆਂ 10 ਤੁਕਾਂ ਆ, ਤੇ ਗੁਰੂ ਗ੍ਰੰਥ ਸਾਹਿਬ ਦੇ 35 ਵੱਡੇ ਪੰਨਿਆਂ ਤੇ ਸੁਖਮਨੀ ਸਾਹਿਬ ਦਰਜ ਹੈ। ਇਹਦੇ ਵਿੱਚ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਅਲੱਗ ਵਲੌਗ ਬਣਾਉਂਗੀ, ਮੈਂ ਸਾਰੀਆਂ ਉਹਦੇ ਵਿੱਚ ਸ਼ਲੋਕ, ਬਾਣੀਆਂ, ਸਭ ਕੁਛ ਜ਼ਰੂਰ ਦੱਸੂਗੀ। ਤੇ ਗੁਰੂ ਅਰਜਨ ਦੇਵ ਜੀ ਦੇ ਇੱਕ ਸਮਕਾਲੀ ਇਤਿਹਾਸਕਾਰ ਹੋਏ ਆ ਮੁਹਸਿਨ ਫਾਨੀ। ਉਹਨਾਂ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਦੋਂ ਨਵੇਂ ਗੁਰੂ ਬਣੇ ਆ, ਸਿੱਖਾਂ ਦੀ ਗਿਣਤੀ ਵੱਧਦੀ ਗਈ, ਪਰ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਬਹੁਤ ਹੀ ਜ਼ਿਆਦਾ ਗਿਣਤੀ ਵਧੀ।
क्योंकि उस टाइम ते लोकी कट्टड़पंथी ਜਿਹੜੇ ਮੁਸਲਮਾਨੀ ਜਾਂ कट्टड़पंथी ब्राह्मणवाद ਸੀ ਉਹਦੇ ਤੋਂ ਤੰਗ ਆ ਚੁੱਕੇ ਸੀ, ਖਾਸ ਕਰ ਜਿਹੜੇ ਸ਼ੂਦਰ ਜਾਤ ਜਾਂ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਿਹਾ ਜਾਂਦਾ ਆ, ਉਹ ਬਹੁਤ ਜ਼ਿਆਦਾ ਉਹਨਾਂ ਨੇ ਸਿੱਖ ਧਰਮ ਨੂੰ ਗ੍ਰਹਿਣ ਕਰ ਲਿਆ ਸੀਗਾ। ਇਸ ਗੱਲ ਤੋਂ ਜਿਹੜਾ ਜਹਾਂਗੀਰ ਆ ਨਾ ਉਹ ਬਹੁਤ ਮੱਚਦਾ ਸੀ। ਉਹ ਪਰ ਉਸ ਟਾਈਮ ਤੇ ਜਿਹੜਾ ਅਕਬਰ ਸੀ, ਅਕਬਰ ਜਿੰਦਾ ਸੀ। ਅਕਬਰ ਜਿਹੜਾ ਆ ਉਹ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਜ਼ਿਆਦਾ ਮੰਨਦਾ ਸੀਗਾ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ 1596 ਈਸਵੀ ਵਿੱਚ ਲਾਹੌਰ ਵਿੱਚ ਬਹੁਤ ਵੱਡਾ ਅਕਾਲ ਪਿਆ ਸੀਗਾ, ਤੇ ਉਸ ਅਕਾਲ ਵਿੱਚ ਗੁਰੂ ਅਰਜਨ ਦੇਵ ਜੀ ਨੇ ਨਾ ਬਹੁਤ ਹੀ ਉੱਥੇ ਜਾ ਕੇ ਸੇਵਾ ਕੀਤੀ, ਦਵਾ ਦਾਰੂ ਦਾ ਇੰਤਜ਼ਾਮ ਕੀਤਾ, ਤੇ ਇੱਕ ਜਿਹੜਾ ਉਹਨਾਂ ਨੇ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ, ਹਰਮੰਦਰ ਸਾਹਿਬ ਦੀ ਨੀਂਹ ਰਖਾਈ ਸਾਈਂ ਮੀਆਂ ਮੀਰ ਕੋਲੋਂ, ਹੈ ਨਾ। ਇਸ ਗੱਲ ਤੋਂ ਵੀ ਮੱਚਦੇ ਸੀਗੇ ਜਿਹੜੇ ਸਮੇਂ ਦੇ ਹਾਕਮ ਸੀਗੇ। ਕਿ ਦੂਜਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਵੀ ਦਰਜ ਹੈ, ਜੋ ਕਿ ਇੱਕ ਚਿਸ਼ਤੀ ਫਕੀਰ ਸੀਗਾ, ਮੁਸਲਮਾਨ ਫਕੀਰ ਸੀ। ਇਸ ਗੱਲ ਤੋਂ ਵੀ ਬਹੁਤ ਮੱਚਦੇ ਸੀਗੇ। ਜਿਹੜਾ ਜਹਾਂਗੀਰ ਸੀ ਨਾ, ਇਹਨੇ ਗੁਰੂ ਅਰਜਨ ਦੇਵ ਜੀ ਨੂੰ ਕੰਪੈਲ ਕੀਤਾ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਬਾਣੀ ਦਰਜ ਕੀਤੀ ਜਾਵੇ, ਜੋ ਕਿ ਗੁਰੂ ਅਰਜਨ ਦੇਵ ਜੀ ਨੇ ਸਾਫ਼ ਮਨਾ ਕਰ ਦਿੱਤਾ ਸੀ। ਇਹਦੇ ਵਿੱਚ ਬਲਦੀ ਤੇ ਤੇਲ ਪਾਇਆ ਚੰਦੂ ਨਵਾਬ ਸੀਗਾ, ਕੋਈ ਚੰਦੂ ਨਾਮ ਦਾ ਕੋਈ ਸੀਗਾ। ਉਹਨੇ ਗੁਰੂ ਹਰਗੋਬਿੰਦ ਸਾਹਿਬ ਲਈ ਰਿਸ਼ਤਾ ਭੇਜਿਆ ਸੀ ਆਪਣੀ ਬੇਟੀ ਦਾ, ਜੋ ਕਿ ਗੁਰੂ ਅਰਜਨ ਦੇਵ ਜੀ ਨੇ ਨਕਾਰ ਦਿੱਤਾ ਸੀਗਾ। ਉਹ ਉਹਦੇ ਤੋਂ ਤਿਲ ਮਿਲਾਉਂਦਾ ਸੀ, ਤੇ ਉਹ ਬੜਾ ਹੀ ਝੋਲੀ ਚੁੱਕ ਜਾ ਕੇ ਬਣ ਗਿਆ ਸੀਗਾ ਉਹਨਾਂ ਦਾ ਹਕੂਮਤ ਦਾ, ਹੈ ਨਾ। ਹੁਣ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਦੋ ਦਲ ਬਣੇ ਹੋਏ ਸੀਗੇ, ਇੱਕ ਅਮੀਰ ਖੁਸਰੋ ਦੇ ਹੱਕ ਵਿੱਚ ਸੀ, ਇੱਕ ਜਹਾਂਗੀਰ ਦੇ ਹੱਕ ਵਿੱਚ ਸੀਗੇ, ਜਿਹੜੇ ਕੱਟੜਪੰਥੀ ਸੀਗੇ। ਇੱਦਾਂ ਮਤਲਬ ਕਾਫੀ, ਇੱਕ ਤਾਂ ਜਹਾਂਗੀਰ ਨੇ ਇਹ ਬਣਾ ਲਿਆ ਕਿ ਜਦੋਂ ਅਮੀਰ ਖੁਸਰੋ ਉੱਥੋਂ ਭੱਜਿਆ ਬਗਾਵਤ ਕਰਕੇ, ਉਹਨੇ ਅਮੀਰ ਖੁਸਰੋ ਨੂੰ ਗ੍ਰਿਫਤਾਰ ਕਰਨ ਲਈ ਫੌਜਾਂ ਭੇਜੀਆਂ। ਅਮੀਰ ਖੁਸਰੋ ਉਹਨੇ ਆਪਣੀ ਜਹਾਂਗੀਰੇ ਤੁਗਜੇ ਵਿੱਚ ਲਿਖੀਆਂ ਇਹ ਗੱਲਾਂ ਕਿ ਜਹਾਂਗੀਰ ਜਾ ਕੇ ਗੋਇੰਦਵਾਲ ਸਾਹਿਬ ਰੁਕਿਆ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ 5000 ਰੁਪਈਆ ਉਸ ਟਾਈਮ ਦਿੱਤਾ ਤੇ ਕੇਸਰ ਦਾ ਤਿਲਕ ਲਗਾਇਆ। ਇਸ ਗੱਲ ਤੋਂ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਫਾਈਨ ਲਗਾਇਆ, ਦੰਡ ਲਗਾਇਆ, ਪਰ ਗੁਰੂ ਅਰਜਨ ਦੇਵ ਜੀ ਨੇ ਸਾਫ਼ ਮਨਾ ਕਰ ਦਿੱਤਾ। ਮਤਲਬ ਇਹ ਦੋ ਚੀਜ਼ਾਂ ਤਾਂ ਇੱਕ ਛੋਟੀਆਂ ਜਿਹੀਆਂ ਚੀਜ਼ਾਂ ਸੀ ਨਾ, ਅਸਲ ਵਿੱਚ ਉਹ ਡਰਦਾ ਸੀ ਕਿ ਇੱਕ ਸਿੱਖ ਧਰਮ ਖੜਾ ਹੋ ਰਿਹਾ ਆ, ਤੇ ਸਿੱਖ ਧਰਮ ਉਹਦੀ ਹਕੂਮਤ ਲਈ ਸਭ ਤੋਂ ਜ਼ਿਆਦਾ ਖਤਰਾ ਸੀ। ਤੇ ਇੱਦਾਂ ਹੀ ਕਈ ਕਾਰਨ ਬਣੇ। ਇੱਕ ਕਾਰਨ ਬਣਿਆ ਬਟਾਲੇ ਦਾ ਜਿਹੜਾ ਨਵਾਬ ਆ, ਉਹ ਆਇਆ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਖਤਮ ਕਰ ਦੂੰਗਾ, ਪਰ ਉਹ ਆਇਆ ਪੱਠੇ ਦੇ ਵਿੱਚ ਘੋੜੇ ਸਮੇਤ ਡਿੱਗ ਗਿਆ, ਇੱਟਾਂ ਦੇ ਪੱਠੇ ਵਿੱਚ ਰਸਤੇ ਵਿੱਚ। ਤੇ ਮੁਸਲਮਾਨੀ ਧਰਮ ਵਿੱਚ ਇੱਕ ਮੁਸਲਮਾਨ ਦਾ ਅੱਗ ਵਿੱਚ ਸੜ ਕੇ ਮਰਨਾ ਇੱਕ ਨਾਪਾਕ ਸਮਝਿਆ ਜਾਂਦਾ ਹੈ। ਇਸ ਗੱਲ ਤੋਂ ਵੀ ਤਿਲ ਮਿਲਾਇਆ। ਜਦੋਂ ਬਹੁਤ ਸਾਰੀਆਂ ਇੱਦਾਂ ਗੱਲਾਂ ਇਕੱਠੀਆਂ ਹੁੰਦੀਆਂ ਗਈਆਂ, ਰਲਦੀਆਂ ਗਈਆਂ। ਦੇਖੋ, ਜਹਾਂਗੀਰ ਨੇ 20 ਮਈ ਨੂੰ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ, ਇਹਨਾਂ ਨੂੰ ਬਾਲ ਬੱਚੇ ਸਮੇਤ ਗ੍ਰਿਫਤਾਰ ਕੀਤਾ ਜਾਵੇ। ਜਿਹੜੀ ਗੁਰੂ ਅਰਜਨ ਦੇਵ ਜੀ ਦੀ ਜ਼ਮੀਨ ਸੀ ਤੇ ਉਹਨਾਂ ਦਾ ਜੋ ਵੀ ਇਨਕਮ ਦਾ ਰਿਸੋਰਸ ਖਾਨਦਾਨੀ ਉਹਨਾਂ ਦੀ ਉਹ ਸੀ ਨਾ, ਉਹਨਾਂ ਨੇ ਉਹ ਸਭ ਕੁਝ ਪ੍ਰਿਥੀ ਚੰਦ ਤੇ ਆਪਣੇ ਦੂਜੇ ਭਰਾ ਸ਼੍ਰੀ ਮਹਾਦੇਵ ਨੂੰ ਦੇ ਦਿੱਤਾ ਸੀ। ਪਰ ਪ੍ਰਿਥੀ ਚੰਦ ਆਪਣੀਆਂ ਚਾਲਾਂ ਤੋਂ ਕਦੀ ਵੀ ਬਾਜ਼ ਨਹੀਂ ਆਇਆ। ਪ੍ਰਿਥੀ ਚੰਦ ਬਾਰੇ ਬਹੁਤ ਹੀ ਡਿਟੇਲ ਵਿੱਚ ਗੱਲਾਂ ਨੇ, ਮੈਂ ਨੈਕਸਟ ਵਲੌਗ ਵਿੱਚ ਕਰੂੰਗੀ ਇਹ ਗੱਲਾਂ ਸਭ, ਕਿਉਂਕਿ ਬਹੁਤ ਲੰਬਾ ਇੱਕ ਵਲੌਗ ਤਾਂ ਫਿਰ ਮੈਂ ਜੇ ਹੁਣ ਗੱਲਾਂ ਕਰਨ ਲੱਗਾ 2 ਘੰਟੇ ਦਾ 2.5 ਘੰਟੇ ਦਾ ਹੋ ਜਾਊਗਾ। ਕੋਈ ਨਹੀਂ, ਮੈਂ ਇਹਦੀਆਂ 2-4 ਕਿਸ਼ਤਾਂ ਇਹ ਬਣਾ ਕੇ ਗੁਰੂ ਅਰਜਨ ਦੇਵ ਜੀ ਬਾਰੇ ਤੁਹਾਨੂੰ ਸਾਰੀਆਂ ਗੱਲਾਂ ਡਿਟੇਲ ਵਿੱਚ ਦੱਸਾਂਗੀ, ਕਿਉਂਕਿ ਸਾਡੇ ਬੱਚਿਆਂ ਨੂੰ, ਮੇਰਾ ਬੱਚਾ ਵੀ ਸਾਹਮਣੇ ਬੈਠਾ, ਬਹੁਤ ਸਾਰੀਆਂ ਗੱਲਾਂ ਨਹੀਂ ਪਤਾ। ਨਹੀਂ, ਸਾਡੀ ਜਿਹੜੀ ਉਮਰ ਵਾਲੇ ਉਹਨਾਂ ਨੂੰ ਵੀ ਬਹੁਤ ਗੱਲਾਂ ਦਾ ਨਹੀਂ ਪਤਾ। ਮੈਂ ਇਸ ਗੱਲ ਤੋਂ ਆਪਣੇ ਆਪ ਨੂੰ ਬਹੁਤ ਹੀ ਖੁਸ਼ ਨਸੀਬ ਸਮਝਦੀ ਹਾਂ ਕਿ ਮੇਰੇ ਜਿਹੜੇ ਪਿਤਾ ਜੀ ਸੀ, ਮੇਰੇ ਦਾਦਾ ਜੀ ਸੀ, ਦਾਦੀ ਜੀ ਸੀ, ਉਹਨਾਂ ਨੇ ਸਾਨੂੰ ਇੱਦਾਂ ਦੀਆਂ ਬਚਪਨ ਵਿੱਚ ਸਾਨੂੰ ਸਟੋਰੀਆਂ ਹੀ ਇਹ ਸੁਣਾਉਂਦੇ ਹੁੰਦੇ ਸੀਗੇ। ਉਹ ਹੁਣ ਜਿਵੇਂ ਇੱਥੇ ਆਪਣੇ ਬੈਠੀਆਂ ਹੋਈਆਂ ਆ, ਹੈ ਨਾ, ਸਟੋਰੀਜ਼ ਪਤਾ ਆ ਕੁਛ, ਆਪਾਂ ਚਲੋ ਕਿਤਾਬਾਂ ਵਿੱਚੋਂ ਵੀ ਪੜ੍ਹੀਆਂ, ਹੈ ਨਾ। ਇਸ ਕਰਕੇ ਇੱਕ ਨਾ ਜਹਾਂਗੀਰ ਨੇ ਆਪਣੀ ਜਿਹੜੀ ਉਹਨੇ ਜਹਾਂਗੀਰ ਤੁਗਜ਼ੇ ਲਿਖੀ ਆ, ਇੱਕ ਉਹਨੇ ਅਕਬਰਨਾਮਾ ਅਕਬਰ ਨੇ ਲਿਖਿਆ ਸੀਗਾ। ਉਹਦੇ ਵਿੱਚ ਉਹਨਾਂ ਨੇ ਬਹੁਤ ਕੁਛ ਲਿਖਿਆ ਇਸ ਬਾਰੇ। ਜਹਾਂਗੀਰ ਨੇ ਲਿਖਿਆ
ਕਿ ਇੱਕ ਗੋਇੰਦਵਾਲ ਹਿੰਦੂ ਬੈਠਾ ਅਰਜਨ ਮਲ, ਉਹਨੇ ਬਹੁਤ ਸਾਰੇ ਮੂਰਖ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ, ਮੂਰਖ ਲੋਕੀ ਉਹਨੂੰ ਬੜਾ ਹੀ ਸ਼ਰਧਾਪੂਰਵਕ ਮੰਨਦੇ ਆ, ਹੈ ਨਾ, ਇੱਦਾਂ ਇਹ ਉਹ ਉਹਨੇ ਬੜਾ ਕੁਛ ਲਿਖਿਆ ਹੋਇਆ ਆ। ਮੈਂ ਤੁਹਾਨੂੰ ਉਹਦੇ ਵਿੱਚੋਂ ਨਾ ਪੂਰਾ ਉਹ ਹੈਗਾ ਆ ਇੱਕ ਜਿਹੜਾ, ਇੱਕ ਮਿੰਟ ਦੱਸਦੀ ਹਾਂ ਮੈਂ। ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਇਤਿਹਾਸਕਾਰ ਹੋਇਆ ਇੱਕ ਮੁਹਸਿਨ ਫਾਨੀ, ਉਹਨੇ ਬਹੁਤ ਸਾਰੇ ਬਿਆਨ ਦਿੱਤੇ। ਉਹਨੇ ਜਹਾਂਗੀਰ ਤੁਗਜ਼ੇ ਦਾ ਵੀ ਉਹਦੇ ਵਿੱਚ ਵਰਣਨ ਕੀਤਾ ਆ। ਉਹਦੀ ਕਿਤਾਬ ਹੈਗੀ ਆ ਦਬਿਸਤਾਨੇ ਮਜ਼ਾਹਿਬ ਮੁਹਸਿਨ ਫਾਨੀ ਦੀ। ਉਹਦੇ ਵਿੱਚ ਉਹਨੇ ਗੁਰੂ ਅਰਜਨ ਦੇਵ ਜੀ ਬਾਰੇ ਬਹੁਤ ਹੀ ਡਿਟੇਲ ਵਿੱਚ ਲਿਖਿਆ ਹੋਇਆ ਆ। ਫਾਰਸੀ ਵਿੱਚ ਆ, ਪਰ ਉਹਦਾ ਪੰਜਾਬੀ ਅਨੁਵਾਦ ਵੀ ਆਪਾਂ ਨੂੰ ਮਿਲਦਾ ਆ। ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਜਹਾਂਗੀਰ ਨੇ ਤਾਂ ਇੱਕ ਬਹਾਨੇ ਹੀ ਮਾਰੇ। ਦੇਖੋ, ਉਹਨੇ ਹੁਕਮ ਦਿੱਤਾ ਗ੍ਰਿਫਤਾਰ ਕਰ ਲਿਆ ਜਾਵੇ। 22 ਮਈ ਨੂੰ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ ਗੁਰੂ ਅਰਜਨ ਦੇਵ ਜੀ ਦਾ ਸਾਹਮਣਾ ਨਹੀਂ ਕਰ ਪਾਇਆ। ਆਪ ਚਲਾ ਗਿਆ ਲਾਹੌਰ ਤੋਂ ਆਗਰੇ ਤੇ ਉੱਥੇ ਸਮੇਂ ਦੇ ਹਾਕਮ ਨੂੰ ਕਹਿ ਗਿਆ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਉੱਤੋਂ ਗਰਮ ਰੇਤ ਪਾਈ ਗਈ। ਉਸ ਤੋਂ ਬਾਅਦ ਉਬਲਦੇ ਦੇਗ, ਪਾਣੀ ਦੇ ਉਬਲਦੇ ਹੋਏ ਦੇਗਚੇ ਵਿੱਚ ਬਿਠਾਇਆ ਗਿਆ। ਪਰ ਇਹ ਸਭ ਇਤਿਹਾਸਕਾਰਾਂ ਨੇ ਲਿਖਿਆ ਕਿ ਲਿਖਦੇ ਹੋਏ ਹੱਥ ਕੰਬ ਜਾਂਦੇ ਹਨ ਤੇ ਬੋਲਦੇ ਹੋਏ ਮਤਲਬ ਇੱਕ ਚੁੰਚਣੀ ਜਿਹੀ ਆ ਜਾਂਦੀ ਆ ਜਦੋਂ ਆਪਾਂ ਇਹ ਗੱਲ ਸੋਚਦੇ ਹਾਂ। ਉਸ ਤੋਂ ਬਾਅਦ ਦੇਖੋ ਉਹਨਾਂ ਵਿੱਚ ਸਹਿਣਸ਼ੀਲਤਾ ਕਿੰਨੀ, ਸਹਿਣਸ਼ੀਲਤਾ ਦੇ ਪੁੰਜ ਸਨ ਗੁਰੂ ਅਰਜਨ ਦੇਵ ਜੀ। ਤੇਰਾ ਬਾਣਾ ਮੀਠਾ ਲਾਗੇ, ਤੇਰਾ ਬਾਣਾ ਮੀਠਾ ਲਾਗੇ। ਉਸ ਤੋਂ ਬਾਅਦ ਕਈ ਲੋਕਾਂ ਨੂੰ ਅੱਛਾ ਇਹ ਭੁਲੇਖਾ ਆ ਕਿ ਗੁਰੂ ਅਰਜਨ ਦੇਵ ਜੀ ਉੱਥੇ ਹੀ ਸ਼ਹੀਦ ਹੋ ਗਏ ਸਨ। ਨਹੀਂ, ਉਹ ਲਗਭਗ 5-6 ਦਿਨ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਛਾਲਿਆਂ ਨਾਲ ਭਰੇ ਹੋਏ ਸਰੀਰ ਨੂੰ 5ਵੇਂ ਦਿਨ ਜਾਂ 6ਵੇਂ ਦਿਨ ਰਾਵੀ ਦਰਿਆ ਵਿੱਚ ਰੋੜ ਦਿੱਤਾ ਗਿਆ, ਜਿੱਥੇ ਕਿ ਡੇਰਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਆ। ਇਸ ਬਾਰੇ ਜਿਵੇਂ ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਡਿਟੇਲ ਵਿੱਚ ਪੜ੍ਹੀਏ ਤਾਂ ਬੜੀਆਂ ਹੀ ਡਿਟੇਲਸ ਮਿਲਦੀਆਂ ਨੇ। ਸ਼ਬੀਲ ਦੀ ਪ੍ਰਥਾ ਵੀ ਉੱਥੋਂ ਹੀ ਸ਼ੁਰੂ ਹੋਈ, ਕਿਉਂਕਿ ਜਿਹੜਾ ਉਸ ਟਾਈਮ ਦਾ ਹਾਕਮ ਸੀ ਜਿਹਨੇ ਉਹਨਾਂ ਨੂੰ ਸ਼ਹੀਦੀ ਦੀ ਸਜ਼ਾ ਸੁਣਾਈ ਸੀਗੀ, ਉਹਦੀ ਜਿਹੜੀ ਵਾਈਫ ਸੀਗੀ ਉਹ ਗੁਰੂ ਅਰਜਨ ਦੇਵ ਜੀ ਲਈ ਸ਼ਬੀਲ, ਠੰਡੀ ਸ਼ਬੀਲ ਬਣਾ ਕੇ ਲੈ ਕੇ ਆਈ। ਪਰ ਗੁਰੂ ਅਰਜਨ ਦੇਵ ਜੀ ਨੇ ਉਹ ਨਹੀਂ ਸੀ ਪੀਤੀ। ਉਹਨਾਂ ਨੇ ਕਿਹਾ ਕਿ ਜਿਹੜੀ ਬਾਹਰ ਸੰਗਤ ਖੜੀ ਆ, ਲੋਕ ਖੜੇ ਆ, ਬਹੁਤ ਹੀ ਗਰਮੀ ਆ, ਉਹਨਾਂ ਨੂੰ ਪਿਲਾਈ ਜਾਵੇ। ਉੱਥੋਂ ਸ਼ਬੀਲ ਦੀ ਪ੍ਰਥਾ ਸ਼ੁਰੂ ਹੋਈ। ਤੇ ਇਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਗੱਲਾਂ। ਮੈਂ ਇਹ ਇੱਦਾਂ ਹੀ ਕੰਟੀਨਿਊ ਰੱਖਾਂਗੀ। ਅਗਲੇ ਵਲੌਗ ਵਿੱਚ ਮੈਂ ਗੱਲ ਕਰੂੰਗੀ ਪ੍ਰਿਥੀ ਚੰਦ ਦੀਆਂ ਚਾਲਾਂ ਬਾਰੇ। ਤੇ ਚਲੋ ਮੈਂ ਇੱਥੇ ਹੀ ਇਸ ਵਲੌਗ ਨੂੰ ਸਾਰੀ ਡਿਟੇਲ, ਮੈਨੂੰ ਸਾਰੀ ਡਿਟੇਲ ਨਹੀਂ ਸੀ ਪਤਾ, ਪਰ ਮੈਨੂੰ ਜਿੱਦਾਂ ਮਤਲਬ ਥੋੜਾ ਮੇਨ ਪਤਾ ਸੀਗਾ, ਕਿਉਂਕਿ ਮੈਂ ਇਹਨੂੰ ਕਈ ਵਾਰੀ ਦੱਸਦੀ ਰਹਿੰਦੀ ਆ ਕੁਛ ਗੱਲਾਂ। ਮੈਂ ਹਮੇਸ਼ਾ ਵਲੌਗ 'ਚ ਸਾਹਮਣੇ ਆਇਆ ਨਾ, ਮੈਂ ਕੋਲ ਬਹਿ ਕੇ ਸੁਣਦੀ। ਹਾਂ, ਇਹ ਬੈਠੀ ਸੁਣਦੀ ਪਈ ਸੀਗੀ। ਤੇ ਪ੍ਰਿਥੀ ਚੰਦ ਬਾਰੇ ਅਗਲੇ ਵਲੌਗ ਵਿੱਚ ਮੈਂ ਗੱਲ ਕਰੂੰਗੀ, ਪ੍ਰਿਥੀ ਚੰਦ ਦੀਆਂ ਚਾਲਾਂ ਬਾਰੇ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ। ਕਿਉਂਕਿ ਇਹ ਵਲੌਗ ਨਹੀਂ ਤਾਂ ਬਹੁਤ ਵੱਡਾ ਹੋ ਜਾਊਗਾ। ਪਲੀਜ਼ ਤੁਸੀਂ ਇਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਆ, ਤੇ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਆਪਾਂ ਸਿੱਖ ਇਤਿਹਾਸ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।